ਪਿਆਰੇ ਵਿਦਿਆਰਥੀ ਸਾਥੀਓ, ਤੁਹਾਡਾ ਸਾਰਿਆਂ ਦਾ ਮੈਂ ਅੱਜ ਦੇ ਇਸ ਪ੍ਰਸਾਰਣ ਵਿੱਚ ਬਹੁਤ ਸਵਾਗਤ ਕਰਦਾ ਹਾਂ। ਮੈਂ ਹਰਕੇਵਲ ਸਿੰਘ ਸਰਾਂ, ਸਮਾਜਿਕ ਸਿੱਖਿਆ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਣ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਹਾਂ। ਵਿਦਿਆਰਥੀ ਸਾਥੀਓ, ਅੱਜ ਆਪਾਂ ਜਿਸ ਪਾਠ ਜਾਂ ਅਧਿਆਇ ਦੀ ਦੁਹਰਾਈ ਕਰਨ ਜਾ ਰਹੇ ਹਾਂ ਉਹ ਹੈ ਜਮਾਤ 7ਵੀਂ, ਪਾਠ ਨੰਬਰ 21, ਲੋਕਤੰਤਰ ਅਤੇ ਸਮਾਨਤਾ। ਅੱਜ ਆਪਾਂ ਇਸ ਦੀ ਦੁਹਰਾਈ ਕਰਾਂਗੇ। ਤਾਂ ਵਿਦਿਆਰਥੀ ਸਾਥੀਓ, ਇਸ ਤੋਂ ਪਹਿਲਾਂ ਕਿ ਆਪਾਂ ਦੁਹਰਾਈ ਸ਼ੁਰੂ ਕਰੀਏ, ਆਪਾਂ ਇਸ ਅਧਿਆਇ ਨੂੰ ਸੰਖੇਪ ਦੇ ਵਿੱਚ ਇੱਕ ਵਾਰ ਫੇਰ ਰਿਕਾਲ ਕਰਦੇ ਹਾਂ। ਲੋਕਤੰਤਰ ਅਤੇ ਸਮਾਨਤਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਇੱਕ ਲੋਕਤੰਤਰੀ ਗਣਰਾਜ ਹੈ। ਤੁਸੀਂ ਹੁਣ ਤੱਕ ਪੜ੍ਹ ਚੁੱਕੇ ਹੋ ਕਿ ਲੋਕਤੰਤਰੀ ਗਣਰਾਜ ਵੀ ਲੋਕਤੰਤਰੀ ਸਰਕਾਰ ਦੀ ਇੱਕ ਕਿਸਮ ਹੁੰਦੀ ਹੈ। ਸਾਡੇ ਦੇਸ਼ ਦਾ ਮੁਖੀ ਰਾਸ਼ਟਰਪਤੀ ਹੁੰਦਾ ਹੈ ਅਤੇ ਲੋਕਤੰਤਰ ਵਿੱਚ ਸਰਕਾਰ ਦੀਆਂ ਨੀਤੀਆਂ ਦਾ ਫੈਸਲਾ ਲੋਕਾਂ ਦੀ ਇੱਛਾ ਅਨੁਸਾਰ ਕੀਤਾ ਜਾਂਦਾ ਹੈ। ਕਿਉਂਕਿ ਲੋਕ ਖੁਦ ਆਪ ਸਰਕਾਰ ਦਾ ਹਿੱਸਾ ਨਹੀਂ ਹੁੰਦੇ, ਤਾਂ ਲੋਕਾਂ ਦੁਆਰਾ ਸਰਕਾਰ ਬਣਾਉਣ ਲਈ ਪ੍ਰਤੀਨਿਧੀਆਂ ਦੀ ਚੋਣ ਕੀਤੀ ਜਾਂਦੀ ਹੈ। ਅਤੇ ਲੋਕਤੰਤਰੀ ਸਰਕਾਰ ਵਿੱਚ ਵਿਦਿਆਰਥੀਓ ਦੋ ਤਰ੍ਹਾਂ ਦੇ ਮੁਖੀ ਹੁੰਦੇ ਹਨ, ਇੱਕ ਨਾਮਾਤਰ ਮੁਖੀ ਅਤੇ ਅਸਲੀ ਮੁਖੀ। ਕਿਉਂਕਿ ਸਾਡੇ ਦੇਸ਼ ਦਾ ਮੁਖੀ ਰਾਸ਼ਟਰਪਤੀ ਹੈ, ਪਰ ਜੋ ਸ਼ਾਸਨ ਦੀ ਅਸਲ ਸ਼ਕਤੀ ਹੈ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਹੁੰਦੀ ਹੈ। ਇਸੇ ਤਰ੍ਹਾਂ ਰਾਜਾਂ ਵਿੱਚ ਜੋ ਰਾਜ ਦਾ ਮੁਖੀ ਹੈ ਉਹ ਰਾਜਪਾਲ, ਜਿਸ ਨੂੰ ਅਸੀਂ ਗਵਰਨਰ ਵੀ ਕਹਿ ਦਿੰਦੇ ਹਾਂ, ਉਹ ਹੁੰਦਾ ਹੈ, ਪਰ ਉਹ ਨਾਮਾਤਰ ਦੇ ਮੁਖੀ ਹੁੰਦੇ ਹਨ, ਜਦੋਂ ਕਿ ਕਿਸੇ ਵੀ ਰਾਜ ਦੇ ਅਸਲ ਮੁਖੀ ਉੱਥੋਂ ਦੇ ਮੁੱਖ ਮੰਤਰੀ ਹੁੰਦੇ ਹਨ। ਹੁਣ ਤੱਕ ਆਪਾਂ ਲੋਕਤੰਤਰ ਦਾ ਅਰਥ ਬਾਰੇ ਵੀ ਪੜ੍ਹ ਚੁੱਕੇ ਹਾਂ ਕਿ ਲੋਕਾਂ ਦੀ ਆਪਣੀ ਸਰਕਾਰ ਹੁੰਦੀ ਹੈ। ਇੱਥੋਂ ਦਾ ਲੋਕਤੰਤਰੀ ਸਰਕਾਰ ਵਿੱਚ ਜੋ ਸ਼ਾਸਨ ਹੈ ਉਹ ਲੋਕਾਂ ਦੀ ਮਰਜ਼ੀ ਅਨੁਸਾਰ ਚਲਾਇਆ ਜਾਂਦਾ ਹੈ। ਲੋਕਾਂ ਦੁਆਰਾ ਚੁਣੇ ਗਏ ਪ੍ਰਤੀਨਿਧੀਆਂ ਵੱਲੋਂ ਸ਼ਾਸਨ ਕੀਤਾ ਜਾਂਦਾ ਹੈ, ਅਤੇ ਜੇਕਰ ਲੋਕਾਂ ਦੁਆਰਾ ਚੁਣੇ ਹੋਏ ਪ੍ਰਤੀਨਿਧ ਠੀਕ ਤਰ੍ਹਾਂ ਕੰਮ ਨਾ ਕਰਨ ਤਾਂ ਉਹਨਾਂ ਨੂੰ ਬਦਲਿਆ ਵੀ ਜਾ ਸਕਦਾ ਹੈ। ਇਹੀ ਪ੍ਰਤੀਨਿਧ ਕਾਨੂੰਨ ਬਣਾਉਂਦੇ ਹਨ ਅਤੇ ਕਾਨੂੰਨ ਨੂੰ ਲਾਗੂ ਕਰਦੇ ਹਨ, ਅਤੇ ਲੋਕਤੰਤਰੀ ਦੇਸ਼ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ। ਇਸ ਤੋਂ ਪਹਿਲਾਂ ਆਪਾਂ ਇਹ ਵੀ ਪੜ੍ਹ ਚੁੱਕੇ ਹਾਂ ਕਿ ਅਮਰੀਕਾ ਦੇ ਇੱਕ ਸਾਬਕਾ ਰਾਸ਼ਟਰਪਤੀ ਸ਼੍ਰੀ ਇਬਰਾਹਿਮ ਲਿੰਕਨ ਜੀ ਨੇ ਲੋਕਤੰਤਰ ਦਾ ਅਰਥ ਕਰਦੇ ਹੋਏ ਲੋਕਤੰਤਰੀ ਸਰਕਾਰ ਬਾਰੇ ਕਿਹਾ ਸੀ ਕਿ ਲੋਕਤੰਤਰੀ ਸਰਕਾਰ ਉਹ ਸਰਕਾਰ ਹੁੰਦੀ ਹੈ ਜੋ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਹੁੰਦੀ ਹੈ। ਉਸ ਨੂੰ ਲੋਕਤੰਤਰੀ ਸਰਕਾਰ ਕਿਹਾ ਜਾਂਦਾ ਹੈ। ਇਹ ਕਥਨ ਅਮਰੀਕਾ ਦੇ ਰਾਸ਼ਟਰਪਤੀ ਇਬਰਾਹਿਮ ਲਿੰਕਨ ਜੀ ਦੇ ਸਨ। ਤਾਂ ਆਪਾਂ ਇਹ ਵੀ ਪੜ੍ਹ ਚੁੱਕੇ ਹਾਂ ਕਿ ਲੋਕਤੰਤਰ ਦੀ ਸ਼ੁਰੂਆਤ ਅੱਜ ਤੋਂ ਲਗਭਗ 2500 ਸਾਲ ਪਹਿਲਾਂ ਯੂਨਾਨ ਦੇ ਸ਼ਹਿਰ ਏਥਨਜ਼ ਵਿਖੇ ਹੋਈ ਸੀ, ਅਤੇ ਉੱਥੋਂ ਦੇ ਜੋ ਵਾਸੀ ਸੀ ਉਹ ਸਾਲ ਦੇ ਵਿੱਚ ਕਈ ਵਾਰ ਇਕੱਠੇ ਹੋ ਕੇ ਆਪਣੇ ਪ੍ਰਤੀਨਿਧ ਚੁਣਦੇ ਸਨ, ਅਤੇ ਲੋਕਤੰਤਰ ਹੋਂਦ ਵਿੱਚ ਯੂਨਾਨ ਸ਼ਹਿਰ ਵਿੱਚ ਆਇਆ ਸੀ। ਅਤੇ ਦੁਨੀਆ ਦੇ ਵਿੱਚ ਇੱਕੋ ਇੱਕ ਦੇਸ਼ ਸਵਿਟਜ਼ਰਲੈਂਡ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਹੈ। ਆਧੁਨਿਕ ਲੋਕਤੰਤਰ ਦੀ ਸ਼ੁਰੂਆਤ ਇੰਗਲੈਂਡ ਦੀ ਕ੍ਰਾਂਤੀ ਜੋ 17ਵੀਂ ਸਦੀ ਵਿੱਚ ਹੋਈ ਅਤੇ ਫਰਾਂਸ ਦੀ ਕ੍ਰਾਂਤੀ 18ਵੀਂ ਸਦੀ ਵਿੱਚ ਹੋਈ ਸੀ। ਉਸ ਤੋਂ ਬਾਅਦ ਆਧੁਨਿਕ ਲੋਕਤੰਤਰ ਹੋਂਦ ਵਿੱਚ ਆਉਂਦਾ ਹੈ, ਅਤੇ ਇਸ ਆਧੁਨਿਕ ਲੋਕਤੰਤਰ ਦੇ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ, ਅਤੇ ਲੋਕਾਂ ਦੁਆਰਾ ਚੁਣੇ ਹੋਏ ਪ੍ਰਤੀਨਿਧੀ ਉੱਥੋਂ ਦੇ ਕਾਨੂੰਨਾਂ ਦੇ ਅਨੁਸਾਰ ਸਰਕਾਰ ਚਲਾਉਂਦੇ ਹਨ। ਤਾਂ ਸ਼ੁਰੂ ਵਿੱਚ ਕਿਉਂਕਿ ਸਿਰਫ ਅਮੀਰ ਲੋਕਾਂ ਨੂੰ ਹੀ ਵੋਟ ਪਾਉਣ ਦਾ ਹੱਕ ਹੁੰਦਾ ਸੀ, ਪਰ ਆਧੁਨਿਕ ਲੋਕਤੰਤਰ ਦੇ ਵਿੱਚ ਕਿਸੇ ਵੀ ਦੇਸ਼ ਦੇ ਹਰ ਨਾਗਰਿਕ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਹੈ, ਚਾਹੇ ਉਹ ਅਮੀਰ ਜਾਂ ਗਰੀਬ ਜਾਂ ਕਿਸੇ ਵੀ ਜਾਤ ਜਾਂ ਧਰਮ ਨੂੰ ਸੰਬੰਧ ਰੱਖਦਾ ਹੋਵੇ, ਤਾਂ ਹਰ ਇੱਕ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਇਸ ਨੂੰ ਸਰਵ ਵਿਆਪਕ ਮਤ ਅਧਿਕਾਰ ਕਿਹਾ ਜਾਂਦਾ ਹੈ। ਲੋਕਤੰਤਰੀ ਸਿਧਾਂਤਾਂ ਬਾਰੇ ਵੀ ਆਪਾਂ ਪੜ੍ਹ ਚੁੱਕੇ ਹਾਂ ਕਿ ਲੋਕਤੰਤਰੀ ਸਿਧਾਂਤਾਂ ਵਿੱਚ ਕਾਨੂੰਨ ਦਾ ਰਾਜ, ਪ੍ਰਤੀਨਿਧੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ, ਹਰ ਇੱਕ ਨੂੰ ਬਾਲਗ ਜੋ ਹੁੰਦਾ ਹੈ ਉਸ ਨੂੰ ਮਤ ਅਧਿਕਾਰ ਹੁੰਦਾ ਹੈ, ਅਤੇ ਆਰਥਿਕ ਸਮਾਨਤਾ ਵੀ ਹੁੰਦੀ ਹੈ। ਇਹ ਲੋਕਤੰਤਰ ਦੇ ਮੁੱਢਲੇ ਸਿਧਾਂਤ ਹੁੰਦੇ ਹਨ। ਲੋਕਤੰਤਰੀ ਸਰਕਾਰ ਦੇ ਵੱਖ-ਵੱਖ ਰੂਪ ਕਿਹੜੇ ਹੁੰਦੇ ਹਨ? ਉਹ 4 ਕਿਸਮਾਂ ਦੀਆਂ ਸਰਕਾਰਾਂ ਹੁੰਦੀਆਂ ਨੇ: ਪ੍ਰਧਾਨਾਤਮਕ, ਸੰਸਦਾਤਮਕ, ਇਕਾਤਮਕ ਅਤੇ ਸੰਘਾਤਮਕ। ਇਹ 4 ਕਿਸਮਾਂ ਬਾਰੇ ਤੁਸੀਂ ਵੀ ਪੜ੍ਹ ਚੁੱਕੇ ਹੋ। ਲੋਕਤੰਤਰ ਲਈ ਜ਼ਰੂਰੀ ਸ਼ਰਤਾਂ ਕਿਹੜੀਆਂ ਹੁੰਦੀਆਂ ਹਨ? ਤਾਂ ਲੋਕਤੰਤਰ ਲਈ ਜ਼ਰੂਰੀ ਸ਼ਰਤਾਂ ਦੇ ਵਿੱਚ ਉੱਥੋਂ ਦੇ ਨਾਗਰਿਕ ਸੂਝਵਾਨ ਹੋਣੇ ਚਾਹੀਦੇ ਹਨ। ਲੋਕਤੰਤਰੀ ਸਰਕਾਰ ਦੇ ਜੋ ਨੇਤਾਗਣ ਨੇ ਜਾਂ ਜੋ ਸਾਡੇ ਚੁਣੇ ਹੋਏ ਪ੍ਰਤੀਨਿਧੀ ਹੁੰਦੇ ਨੇ ਉਹ ਸਮਝਦਾਰ ਹੋਣੇ ਜ਼ਰੂਰੀ ਨੇ। ਤਾਂ ਕਿਸੇ ਵੀ ਦੇਸ਼ ਦੇ
ਲੋਕਤੰਤਰ ਤਾਂ ਹੀ ਸਫਲ ਹੋ ਸਕਦਾ ਹੈ ਕਿ ਜੇ ਉੱਥੋਂ ਦੇ ਨਾਗਰਿਕ ਵੀ ਅਨੁਸ਼ਾਸਿਤ ਹੋਣ, ਸਮਝਦਾਰ ਹੋਣ। ਇਸ ਤੋਂ ਇਲਾਵਾ ਅਗਲੀ ਜ਼ਰੂਰੀ ਸ਼ਰਤ ਇਹ ਹੁੰਦੀ ਹੈ ਕਿ ਉੱਥੋਂ ਦੇ ਜੋ ਰਾਜਨੀਤਿਕ ਦਲ ਹੁੰਦੇ ਨੇ ਕਿਸੇ ਵੀ ਲੋਕਤੰਤਰੀ ਦੇਸ਼ ਦੇ, ਉਹ ਸਿਧਾਂਤਾਂ 'ਤੇ ਆਧਾਰਿਤ ਹੋਣੇ ਚਾਹੀਦੇ ਨੇ। ਸਮਾਜਿਕ ਤੇ ਆਰਥਿਕ ਸਮਾਨਤਾ ਅਗਲੀ ਜ਼ਰੂਰੀ ਸ਼ਰਤ ਹੁੰਦੀ ਹੈ ਕਿ ਲੋਕਾਂ ਦੇ ਵਿੱਚ ਕਿਸੇ ਵੀ ਕਿਸਮ ਦਾ ਭੇਦਭਾਵ ਨਹੀਂ ਹੋਣਾ ਚਾਹੀਦਾ, ਹਰ ਇੱਕ ਨੂੰ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਨੇ। ਇਸ ਤੋਂ ਇਲਾਵਾ ਜ਼ਰੂਰੀ ਜੋ ਸ਼ਰਤ ਹੈ ਉਹ ਹੈ ਸਹਿਣਸ਼ੀਲਤਾ। ਲੋਕਤੰਤਰ ਹਰਮਨ ਪਿਆਰਾ ਕਿਉਂ ਹੈ? ਕਿਉਂਕਿ ਇਹਦੇ ਵਿੱਚ ਕਾਨੂੰਨੀ ਸਮਾਨਤਾ ਹਰ ਇੱਕ ਨੂੰ ਮਿਲਦੀ ਹੈ, ਹਰ ਇੱਕ ਵਿਅਕਤੀ ਆਜ਼ਾਦ ਹੁੰਦਾ ਹੈ, ਸੁਤੰਤਰ ਹੁੰਦਾ ਹੈ, ਫੈਸਲੇ ਕਰਨ ਦੀ ਕਾਰਜ ਵਿਧੀ ਹੁੰਦੀ ਹੈ, ਨਾਗਰਿਕ ਉਹਦੇ ਵਿੱਚ ਸਰਗਰਮ ਹਿੱਸੇਦਾਰ ਹੁੰਦੇ ਨੇ ਲੋਕਤੰਤਰ ਦੇ ਵਿੱਚ। ਇਸ ਤੋਂ ਇਲਾਵਾ ਮਤਭੇਦ ਦੂਰ ਕੀਤੇ ਜਾਂਦੇ ਨੇ ਜੇ ਕਿਸੇ ਵੀ ਮਾਮਲੇ ਦੇ ਵਿੱਚ ਵੱਖ-ਵੱਖ ਕਿਸਮ ਦੇ ਲੋਕਾਂ ਦੇ ਵਿੱਚ ਜਾਂ ਰਾਜਨੀਤਿਕ ਪਾਰਟੀਆਂ ਵਿੱਚ ਮਤਭੇਦ ਹੋਣ। ਅਤੇ ਸਭ ਤੋਂ ਜ਼ਰੂਰੀ ਸ਼ਰਤ ਕਿ ਮਨੁੱਖੀ ਸ਼ਾਨ ਵਿੱਚ ਵਾਧਾ ਹੁੰਦਾ ਹੈ। ਇਹ ਉਹ ਕਾਰਨ ਹੈ ਜਿਸ ਕਰਕੇ ਲੋਕਤੰਤਰੀ ਸਰਕਾਰਾਂ ਹਰਮਨ ਪਿਆਰੀਆਂ ਹੁੰਦੀਆਂ ਹਨ। ਅਤੇ ਆਓ ਵਿਦਿਆਰਥੀ ਸਾਥੀਓ, ਹੁਣ ਆਪਾਂ ਇਸ ਪਾਠ ਨੂੰ ਦੁਹਰਾਈ ਲਈ ਅਭਿਆਸ ਕਰੀਏ। ਖਾਲੀ ਥਾਵਾਂ ਭਰੋ। ਨੰਬਰ 1, ਲੋਕਤੰਤਰ ਡੈਸ਼ ਦੀ ਡੈਸ਼ ਦੁਆਰਾ ਡੈਸ਼ ਲਈ ਸਰਕਾਰ ਹੈ। ਲੋਕਤੰਤਰ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਲਈ ਸਰਕਾਰ ਹੈ। ਨੰਬਰ 2, ਉਪਰੋਕਤ ਸ਼ਬਦ ਡੈਸ਼ ਦੇ ਸਨ। ਤਾਂ ਇਹ ਸ਼ਬਦ ਕਿਸ ਨੇ ਕਹੇ? ਇਬਰਾਹਿਮ ਲਿੰਕਨ। ਉਪਰੋਕਤ ਸ਼ਬਦ ਇਬਰਾਹਿਮ ਲਿੰਕਨ ਦੇ ਸਨ। ਜਿਸ ਲੋਕਤੰਤਰੀ ਸਰਕਾਰ ਵਾਲੇ ਰਾਜ ਦਾ ਮੁਖੀ ਚੁਣਿਆ ਹੋਵੇ ਉਸ ਨੂੰ ਡੈਸ਼ ਕਿਹਾ ਜਾਂਦਾ ਹੈ। ਜਿਸ ਲੋਕਤੰਤਰੀ ਸਰਕਾਰ ਵਾਲੇ ਰਾਜ ਦਾ ਮੁਖੀ ਚੁਣਿਆ ਹੋਵੇ ਉਸ ਨੂੰ ਡੈਸ਼ ਕਿਹਾ ਜਾਂਦਾ ਹੈ। ਗਣਰਾਜ। ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦਾ ਨਾਮ ਮਾਤਰ ਮੁਖੀ ਡੈਸ਼ ਹੈ। ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦਾ ਨਾਮ ਮਾਤਰ ਮੁਖੀ ਰਾਸ਼ਟਰਪਤੀ ਹੈ। ਲੋਕਤੰਤਰੀ ਸਰਕਾਰ ਵਾਲੇ ਦੇਸ਼ ਵਿੱਚ ਦੇਸ਼ ਦੇ ਮੁਖੀ ਡੈਸ਼ ਪ੍ਰਕਾਰ ਦੇ ਹੁੰਦੇ ਹਨ। 2 ਪ੍ਰਕਾਰ ਦੇ ਹੁੰਦੇ ਹਨ। ਤਾਂ ਅੱਗੇ ਬੇਟਾ ਤੁਸੀਂ ਸਹੀ ਜਾਂ ਗਲਤ ਦੱਸਣਾ ਹੈ। ਆਧੁਨਿਕ ਲੋਕਤੰਤਰ ਦੀ ਸਥਾਪਨਾ ਸਭ ਤੋਂ ਪਹਿਲਾਂ ਭਾਰਤ ਵਿੱਚ ਹੋਈ। ਸਹੀ ਜਾਂ ਗਲਤ? ਜਦੋਂ ਵੋਟ ਪਾਉਣ ਦਾ ਅਧਿਕਾਰ ਸਾਰੇ ਬਾਲਗਾਂ ਨੂੰ ਮਿਲ ਜਾਵੇ ਤਾਂ ਇਸ ਨੂੰ ਵਿਆਪਕ ਮਤ ਅਧਿਕਾਰ ਕਹਿੰਦੇ ਹਨ। ਲੋਕਤੰਤਰ ਦਾ ਸਭ ਤੋਂ ਪਹਿਲਾ ਸਿਧਾਂਤ ਕਾਨੂੰਨ ਦਾ ਰਾਜ ਨਹੀਂ ਸੀ। ਭਾਰਤ ਵਿੱਚ ਅਸਿੱਧਾ ਜਾਂ ਪ੍ਰਤੀਨਿਧੀ ਲੋਕਤੰਤਰ ਹੈ। ਆਓ ਉੱਤਰ ਜਾਣੀਏ। ਆਧੁਨਿਕ ਲੋਕਤੰਤਰ ਦੀ ਸਥਾਪਨਾ ਸਭ ਤੋਂ ਪਹਿਲਾਂ ਭਾਰਤ ਵਿੱਚ ਹੋਈ। ਗਲਤ ਜਵਾਬ। ਜਦੋਂ ਵੋਟ ਪਾਉਣ ਦਾ ਅਧਿਕਾਰ ਸਾਰੇ ਬਾਲਗਾਂ ਨੂੰ ਮਿਲ ਜਾਵੇ ਤਾਂ ਇਸ ਨੂੰ ਵਿਆਪਕ ਮਤ ਅਧਿਕਾਰ ਕਹਿੰਦੇ ਹਨ। ਬਿਲਕੁਲ ਸਹੀ। ਲੋਕਤੰਤਰ ਦਾ ਸਭ ਤੋਂ ਪਹਿਲਾ ਸਿਧਾਂਤ ਕਾਨੂੰਨ ਦਾ ਰਾਜ ਨਹੀਂ ਸੀ। ਗਲਤ। ਭਾਰਤ ਵਿੱਚ ਅਸਿੱਧਾ ਜਾਂ ਪ੍ਰਤੀਨਿਧ ਲੋਕਤੰਤਰ ਹੈ। ਸਹੀ। ਤਾਂ ਅੱਗੇ ਵੀ ਖਾਲੀ ਥਾਵਾਂ ਭਰਾਂਗੇ। ਲੋਕਤੰਤਰ ਦਾ ਆਰੰਭ ਡੈਸ਼ ਦੇ ਸ਼ਹਿਰ ਡੈਸ਼ ਵਿਖੇ ਹੋਇਆ। ਡੈਸ਼ ਦੇਸ਼ ਵਿੱਚ ਅੱਜ ਵੀ ਸਿੱਧਾ ਲੋਕਤੰਤਰ ਹੈ। ਲੋਕਤੰਤਰ ਦਾ ਇਤਿਹਾਸ ਲਗਭਗ ਡੈਸ਼ ਹਜ਼ਾਰ ਸਾਲ ਪੁਰਾਣਾ ਹੈ। ਸਾਡੇ ਦੇਸ਼ ਭਾਰਤ ਵਿੱਚ ਸਿੱਧਾ ਲੋਕਤੰਤਰ ਨਹੀਂ ਬਲਕਿ ਡੈਸ਼ ਲੋਕਤੰਤਰ ਹੈ। ਉਮੀਦ ਹੈ ਤੁਹਾਨੂੰ ਇਹਨਾਂ ਦੇ ਉੱਤਰ ਆਉਂਦੇ ਹੋਣਗੇ। ਤੇ ਆਓ ਫਿਰ ਦੇਖੀਏ। ਲੋਕਤੰਤਰ ਦਾ ਆਰੰਭ ਯੂਨਾਨ ਦੇ ਸ਼ਹਿਰ ਏਥਨਜ਼ ਵਿਖੇ ਹੋਇਆ। ਸਵਿਟਜ਼ਰਲੈਂਡ ਦੇਸ਼ ਵਿੱਚ ਅੱਜ ਵੀ ਸਿੱਧਾ ਲੋਕਤੰਤਰ ਹੈ। ਲੋਕਤੰਤਰ ਦਾ ਇਤਿਹਾਸ ਲਗਭਗ 2500 ਸਾਲ ਪੁਰਾਣਾ ਹੈ। ਸਾਡੇ ਦੇਸ਼ ਭਾਰਤ ਵਿੱਚ ਸਿੱਧਾ ਲੋਕਤੰਤਰ ਨਹੀਂ ਬਲਕਿ ਪ੍ਰਤੀਨਿਧੀ ਲੋਕਤੰਤਰ ਹੈ। ਲੋਕਤੰਤਰ ਦੇ ਸਿਧਾਂਤ। ਤਾਂ ਲੋਕਤੰਤਰ ਦੇ ਸਿਧਾਂਤ ਕਿਹੜੇ-ਕਿਹੜੇ ਨੇ? ਕਾਨੂੰਨ ਦਾ ਡੈਸ਼, ਪ੍ਰਤੀਨਿਧੀਆਂ ਦੀ ਲੋਕਾਂ ਪ੍ਰਤੀ ਡੈਸ਼,
ਡੈਸ਼ ਮਤ ਅਧਿਕਾਰ, ਡੈਸ਼ ਅਤੇ ਡੈਸ਼ ਸਮਾਨਤਾ। ਤਾਂ ਦੇਖਦੇ ਹਾਂ ਕਿ ਖਾਲੀ ਥਾਵਾਂ ਵਿੱਚ ਸਹੀ ਜਵਾਬ ਕੀ ਆਵੇਗਾ। ਕਾਨੂੰਨ ਦਾ ਰਾਜ, ਇਹ ਪਹਿਲਾ ਸਿਧਾਂਤ ਹੈ। ਪ੍ਰਤੀਨਿਧੀਆਂ ਦੀ ਲੋਕਾਂ ਪ੍ਰਤੀ ਜ਼ਿੰਮੇਵਾਰੀ। ਵਿਆਪਕ ਮਤ ਅਧਿਕਾਰ, ਰਾਜਨੀਤਿਕ ਅਤੇ ਆਰਥਿਕ ਸਮਾਨਤਾ। ਸਹੀ ਅਤੇ ਗਲਤ ਦੱਸੋ। ਕਾਨੂੰਨ ਦਾ ਰਾਜ ਤੋਂ ਭਾਵ ਹੈ ਕਿ ਸਰਕਾਰ ਲੋਕਾਂ ਦੁਆਰਾ ਬਣਾਏ ਕਾਨੂੰਨ ਅਨੁਸਾਰ ਚੱਲਦੀ ਹੈ। ਬਿਲਕੁਲ ਸਹੀ। ਆਰਥਿਕ ਸਮਾਨਤਾ ਤੋਂ ਭਾਵ ਹੈ ਸਰਕਾਰ ਵੱਲੋਂ ਅਮੀਰ ਅਤੇ ਗਰੀਬ ਵਿੱਚ ਫਰਕ ਕਰਨਾ। ਗਲਤ। ਜਦੋਂ ਲੋਕ ਸਿੱਧੇ ਤੌਰ 'ਤੇ ਸਰਕਾਰ ਚਲਾਉਂਦੇ ਹਨ ਤਾਂ ਇਸ ਨੂੰ ਪ੍ਰਤੀਨਿਧੀ ਲੋਕਤੰਤਰ ਕਿਹਾ ਜਾਂਦਾ ਹੈ। ਸਹੀ ਜਾਂ ਗਲਤ। ਗਲਤ। ਜਿਹੜੇ ਲੋਕਤੰਤਰ ਵਿੱਚ ਲੋਕ ਲਈ ਆਪਣੇ ਪ੍ਰਤੀਨਿਧ ਚੁਣ ਕੇ ਉਹਨਾਂ ਰਾਹੀਂ ਰਾਜ ਚਲਾਉਂਦੇ ਹਨ ਉਸ ਨੂੰ ਅਸਿੱਧਾ ਲੋਕਤੰਤਰ ਕਿਹਾ ਜਾਂਦਾ ਹੈ। ਬਿਲਕੁਲ ਸਹੀ। ਲੋਕਤੰਤਰੀ ਸਰਕਾਰ ਦੇ ਵੱਖ-ਵੱਖ ਰੂਪ। ਤਾਂ ਜਿਵੇਂ ਕਿ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਲੋਕਤੰਤਰ ਦੇ ਵਿੱਚ ਸਰਕਾਰ ਦੀਆਂ ਵੱਖ-ਵੱਖ ਕਿਸਮਾਂ ਹੁੰਦੀਆਂ ਹਨ, ਤਾਂ ਉਹਨਾਂ ਨੂੰ ਆਪਾਂ ਦੁਬਾਰਾ ਯਾਦ ਕਰਾਂਗੇ। ਭਾਗ ਊੜਾ ਵਿੱਚ ਸਭ ਤੋਂ ਪਹਿਲੀ ਕਿਸਮ ਪ੍ਰਧਾਨਾਤਮਕ ਲੋਕਤੰਤਰ, ਸੰਸਦਾਤਮਕ ਲੋਕਤੰਤਰ, ਇਕਾਤਮਕ ਲੋਕਤੰਤਰ ਅਤੇ ਸੰਘਾਤਮਕ ਲੋਕਤੰਤਰ। ਇਹ ਚਾਰ ਵੱਖ-ਵੱਖ ਕਿਸਮਾਂ ਦੇ ਰੂਪ ਨੇ ਲੋਕਤੰਤਰ ਦੇ। ਚਾਰ ਵੱਖ-ਵੱਖ ਕਿਸਮ ਦੀਆਂ ਸਰਕਾਰਾਂ ਲੋਕਤੰਤਰ ਦੇ ਵਿੱਚ ਹੋਂਦ ਵਿੱਚ ਆਉਂਦੀਆਂ ਨੇ। ਇਸ ਤੋਂ ਬਾਅਦ ਬੱਚਿਓ ਤੁਸੀਂ ਸਹੀ ਮਿਲਾਨ ਕਰੋਗੇ। ਤੁਹਾਡੀ ਸਕਰੀਨ ਦੇ ਖੱਬੇ ਪਾਸੇ ਪ੍ਰਧਾਨਾਤਮਕ ਲੋਕਤੰਤਰ, ਸੰਸਦਾਤਮਕ ਲੋਕਤੰਤਰ, ਇਕਾਤਮਕ ਲੋਕਤੰਤਰ ਅਤੇ ਸੰਘਾਤਮਕ ਲੋਕਤੰਤਰ, ਇਹ ਚਾਰ ਕਿਸਮ ਦੀਆਂ ਸਰਕਾਰਾਂ ਨੇ। ਤਾਂ ਇਹਨਾਂ ਨੂੰ ਤੁਸੀਂ ਸੱਜੇ ਪਾਸੇ ਸਕਰੀਨ ਦੇ ਜੋ ਤੁਹਾਨੂੰ ਦਿਖ ਰਿਹਾ ਉਹਨਾਂ ਨਾਲ ਸਹੀ ਮਿਲਾਨ ਕਰਨਾ ਹੈ। ਕੇਂਦਰ ਅਤੇ ਰਾਜਾਂ ਦੀਆਂ ਬਰਾਬਰ ਸ਼ਕਤੀਆਂ, ਇਹ ਕਿਸ ਕਿਸਮ ਦੀ ਸਰਕਾਰ ਵਿੱਚ ਹੁੰਦਾ ਹੈ। ਕੇਂਦਰ ਕੋਲ ਰਾਜਾਂ ਨਾਲੋਂ ਵਧੇਰੇ ਸ਼ਕਤੀਆਂ, ਇਹ ਕਿਸ ਕਿਸਮ ਦੀ ਸਰਕਾਰ 'ਚ ਹੁੰਦਾ ਹੈ। ਤਾਂ ਉਹ ਕਿਹੜੀ ਸਰਕਾਰ ਹੁੰਦੀ ਹੈ ਜਿਸ ਵਿੱਚ ਰਾਸ਼ਟਰਪਤੀ ਅਸਲੀ ਮੁਖੀ ਹੁੰਦਾ ਹੈ, ਅਤੇ ਉਹ ਕਿਹੜੀ ਕਿਸਮ ਦੀ ਸਰਕਾਰ ਜਾਂ ਲੋਕਤੰਤਰ ਹੈ ਜਿਸ ਵਿੱਚ ਰਾਸ਼ਟਰਪਤੀ ਨਾ ਮਾਤਰ ਦਾ ਮੁਖੀ ਹੁੰਦਾ ਹੈ। ਆਓ ਇਹਨਾਂ ਦੇ ਉੱਤਰ ਦੇਖੀਏ। ਪ੍ਰਧਾਨਾਤਮਕ ਲੋਕਤੰਤਰ, ਰਾਸ਼ਟਰਪਤੀ ਅਸਲੀ ਮੁਖੀ ਹੁੰਦਾ ਹੈ। ਸੰਸਦਾਤਮਕ ਲੋਕਤੰਤਰ ਦੇ ਵਿੱਚ ਰਾਸ਼ਟਰਪਤੀ ਨਾ ਮਾਤਰ ਦਾ ਮੁਖੀ ਹੁੰਦਾ ਹੈ। ਇਕਾਤਮਕ ਲੋਕਤੰਤਰ ਵਿੱਚ ਕੇਂਦਰ ਕੋਲ ਰਾਜਾਂ ਨਾਲੋਂ ਵਧੇਰੇ ਸ਼ਕਤੀਆਂ ਹੁੰਦੀਆਂ ਹਨ। ਸੰਘਾਤਮਕ ਲੋਕਤੰਤਰ ਵਿੱਚ ਕੇਂਦਰ ਅਤੇ ਰਾਜਾਂ ਦੀਆਂ ਬਰਾਬਰ ਸ਼ਕਤੀਆਂ ਹੁੰਦੀਆਂ ਹਨ। ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ। ਡੈਸ਼ ਨਾਗਰਿਕ, ਡੈਸ਼ ਨੇਤਾ, ਅਨੁਸ਼ਾਸਿਤ, ਡੈਸ਼ ਸਿਧਾਂਤਾਂ 'ਤੇ ਆਧਾਰਿਤ, ਸਮਾਜਿਕ ਆਰਥਿਕ ਅਤੇ ਡੈਸ਼ ਸ਼ੀਲਤਾ। ਤਾਂ ਇਹ ਵਿਸ਼ੇਸ਼ਤਾਵਾਂ ਚੈੱਕ ਕਰਦੇ ਹਾਂ। ਸੂਝਵਾਨ ਨਾਗਰਿਕ, ਇਮਾਨਦਾਰ ਨੇਤਾ, ਅਨੁਸ਼ਾਸਿਤ ਨਾਗਰਿਕ, ਸਿਧਾਂਤਾਂ 'ਤੇ ਆਧਾਰਿਤ ਰਾਜਨੀਤਿਕ ਦਲ, ਸਮਾਜਿਕ ਆਰਥਿਕ ਸਮਾਨਤਾ ਅਤੇ ਸਹਿਣਸ਼ੀਲਤਾ। ਖਾਲੀ ਥਾਵਾਂ ਭਰੋ। ਡੈਸ਼ ਨਾਗਰਿਕ ਹੀ ਸੂਝਵਾਨ ਪ੍ਰਤੀਨਿਧੀਆਂ ਦੀ ਚੋਣ ਕਰ ਸਕਦੇ ਹਨ, ਸੂਝਵਾਨ ਜਾਂ ਮੂਰਖ। ਡੈਸ਼ ਨੇਤਾ ਹੀ ਆਪਣੇ ਦੇਸ਼ ਪ੍ਰਤੀ ਜ਼ਿੰਮੇਵਾਰੀ ਨੂੰ ਸੁਚੱਜਤਾ ਨਾਲ ਨਿਭਾ ਸਕਦੇ ਹਨ, ਬੇਈਮਾਨ ਜਾਂ ਇਮਾਨਦਾਰ। ਲੋਕਤੰਤਰ ਦੀ ਕਾਮਯਾਬੀ ਲਈ ਸਾਨੂੰ ਦੂਸਰਿਆਂ ਦੇ ਵਿਚਾਰਾਂ ਦਾ ਡੈਸ਼ ਕਰਨਾ ਚਾਹੀਦਾ ਹੈ, ਵਿਰੋਧ ਜਾਂ ਆਦਰ। ਰਾਜਨੀਤਿਕ ਦਲ ਲੋਕਾਂ ਨੂੰ ਸਰਕਾਰ ਦੇ ਕੰਮਾਂ ਬਾਰੇ ਦੱਸ ਕੇ ਡੈਸ਼ ਬਣਾਉਣ ਵਿੱਚ ਸਹਾਈ ਹੁੰਦੇ ਹਨ, ਲੜਾਈ ਜਾਂ ਲੋਕ ਰਾਏ। ਲੋਕਤੰਤਰ ਵਿੱਚ ਲਿੰਗ, ਜਾਤ, ਧਰਮ ਆਦਿ ਕਿਸੇ ਵੀ ਆਧਾਰ 'ਤੇ ਕੋਈ ਸੌਦਾ ਜਾਂ ਵਿਤਕਰਾ ਨਹੀਂ ਕੀਤਾ ਜਾਂਦਾ।
ਤਾਂ ਕੀ ਆਉਣਾ ਚਾਹੀਦਾ? ਸੌਦਾ ਜਾਂ ਵਿਤਕਰਾ। ਡੈਸ਼ ਲੋਕਤੰਤਰ ਦੀ ਸਫਲਤਾ ਦੇ ਲਈ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ, ਅਸਹਿਣਸ਼ੀਲਤਾ ਤੇ ਸਹਿਣਸ਼ੀਲਤਾ। ਉਮੀਦ ਹੈ ਤੁਸੀਂ ਉੱਤਰ ਨੋਟ ਕਰ ਲਏ ਹੋਣਗੇ। ਆਓ ਫਿਰ ਉੱਤਰ ਦੇਖੀਏ। ਨੰਬਰ 1 ਸੂਝਵਾਨ, ਈਮਾਨਦਾਰ, ਆਦਰ ਕਰਨਾ ਚਾਹੀਦਾ ਹੈ, ਲੋਕ ਰਾਏ ਬਣਾਉਣ ਵਿੱਚ ਸਹਾਈ ਹੁੰਦੇ ਹਨ, ਕਿਸੇ ਨਾਲ ਵੀ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਂਦਾ, ਤੇ ਸਹਿਣਸ਼ੀਲਤਾ ਲੋਕਤੰਤਰ ਦੀ ਸਫਲਤਾ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ। ਸਹੀ ਜਾਂ ਗਲਤ ਚੁਣੋ। ਸਾਡੇ ਦੇਸ਼ ਵਿੱਚ ਸਰਕਾਰ ਦਾ ਨਾਮ ਮਾਤਰ ਮੁਖੀ ਰਾਸ਼ਟਰਪਤੀ ਹੈ। ਸਹੀ ਜਾਂ ਗਲਤ? ਲੋਕਤੰਤਰੀ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਨਹੀਂ ਕਰਦੀ। ਸਹੀ ਜਾਂ ਗਲਤ? ਲੋਕਤੰਤਰੀ ਰਾਜ ਵਿੱਚ ਲੋਕਾਂ ਨਾਲ ਵਿਤਕਰਾ ਹੁੰਦਾ ਹੈ। ਸਹੀ ਜਾਂ ਗਲਤ? ਲੋਕਤੰਤਰੀ ਸ਼ਾਸਨ ਪ੍ਰਣਾਲੀ ਸਭ ਤੋਂ ਵੱਧ ਹਰਮਨ ਪਿਆਰੀ ਹੈ। ਤਾਂ ਇਹਨਾਂ ਦੇ ਕੀ ਉੱਤਰ ਹੋ ਸਕਦੇ ਨੇ, ਉਹ ਤੁਸੀਂ ਆਪੋ ਆਪਣੀਆਂ ਕਾਪੀਆਂ 'ਤੇ ਨੋਟ ਕਰੋ। ਆਓ ਫਿਰ ਇਹਦੇ ਉੱਤਰ ਦੇਖੀਏ। ਸਾਡੇ ਦੇਸ਼ ਵਿੱਚ ਸਰਕਾਰ ਦਾ ਨਾਮ ਮਾਤਰ ਮੁਖੀ ਰਾਸ਼ਟਰਪਤੀ ਹੈ। ਬਿਲਕੁਲ ਸਹੀ। ਲੋਕਤੰਤਰੀ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਨਹੀਂ ਕਰਦੀ। ਗਲਤ। ਲੋਕਤੰਤਰੀ ਰਾਜ ਵਿੱਚ ਲੋਕਾਂ ਨਾਲ ਵਿਤਕਰਾ ਹੁੰਦਾ ਹੈ। ਗਲਤ। ਲੋਕਤੰਤਰੀ ਸ਼ਾਸਨ ਪ੍ਰਣਾਲੀ ਸਭ ਤੋਂ ਵੱਧ ਹਰਮਨ ਪਿਆਰੀ ਹੈ। ਬਿਲਕੁਲ ਸਹੀ। ਹੁਣ ਸਕਰੀਨ ਦੇ ਬਿਲਕੁਲ ਹੇਠ ਲਿਖੇ ਸ਼ਬਦਾਂ ਨੂੰ ਢੁਕਵੀਆਂ ਖਾਲੀ ਥਾਵਾਂ ਵਿੱਚ ਭਰੋ। ਸਭ ਤੋਂ ਪਹਿਲਾਂ ਤੁਸੀਂ ਹੇਠ ਲਿਖੇ ਜੋ ਤੁਹਾਨੂੰ ਲਾਲ ਰੰਗ ਦੇ ਵਿੱਚ ਸ਼ਬਦ ਦਿਖਾਈ ਦੇ ਰਹੇ ਨੇ ਉਹਨਾਂ ਨੂੰ ਦੇਖਦੇ ਹਾਂ। ਸੁਤੰਤਰ, ਬਹੁਮਤ, ਸ਼ਾਨ, ਮਤਭੇਦਾਂ, ਸਮਾਨ, ਕਾਨੂੰਨ ਅਤੇ ਵੋਟ। ਹੁਣ ਆਪਾਂ ਦੇਖਾਂਗੇ ਕਿ ਉੱਪਰ ਦਿੱਤੀਆਂ ਖਾਲੀ ਥਾਵਾਂ ਦੇ ਵਿੱਚ ਕਿਹੜਾ ਸ਼ਬਦ ਆਉਣਾ ਚਾਹੀਦਾ ਹੈ। ਕਾਨੂੰਨ ਦੀ ਨਜ਼ਰ ਵਿੱਚ ਸਾਰੇ ਡੈਸ਼ ਹੁੰਦੇ ਹਨ। ਕਾਨੂੰਨ ਦੀ ਨਜ਼ਰ ਵਿੱਚ ਸਾਰੇ ਸਮਾਨ ਹੁੰਦੇ ਹਨ। ਲੋਕਤੰਤਰ ਵਿੱਚ ਲੋਕ ਕੋਈ ਵੀ ਕਿੱਤਾ ਅਪਣਾਉਣ ਲਈ ਡੈਸ਼ ਹੁੰਦੇ ਹਨ। ਸੁਤੰਤਰ ਹੁੰਦੇ ਹਨ। ਸੰਸਦ ਵਿੱਚ ਡੈਸ਼ ਪ੍ਰਾਪਤ ਦਲ ਦੀ ਸਰਕਾਰ ਬਣਾਈ ਜਾਂਦੀ ਹੈ। ਸੰਸਦ ਵਿੱਚ ਬਹੁਮਤ ਪ੍ਰਾਪਤ ਦਲ ਦੀ ਸਰਕਾਰ ਬਣਾਈ ਜਾਂਦੀ ਹੈ। ਲੋਕਤੰਤਰ ਵਿੱਚ ਕੋਈ ਵੀ ਵੋਟਰ ਕਿਸੇ ਵੀ ਡੈਸ਼ ਬਣਾਉਣ ਵਾਲੀ ਸੰਸਥਾ ਲਈ ਚੋਣ ਲੜ ਸਕਦਾ ਹੈ ਜਾਂ ਡੈਸ਼ ਪਾ ਸਕਦਾ ਹੈ। ਤਾਂ ਕੀ ਉੱਤਰ ਆਉਣਾ ਚਾਹੀਦਾ ਇਹਦੇ ਵਿੱਚ? ਕਾਨੂੰਨ ਅਤੇ ਵੋਟ। ਕਿ ਲੋਕਤੰਤਰ ਵਿੱਚ ਕੋਈ ਵੀ ਵੋਟਰ ਕਿਸੇ ਵੀ ਕਾਨੂੰਨ ਬਣਾਉਣ ਵਾਲੀ ਸੰਸਥਾ ਲਈ ਚੋਣ ਲੜ ਸਕਦਾ ਹੈ ਜਾਂ ਵੋਟ ਪਾ ਸਕਦਾ ਹੈ। ਲੋਕਤੰਤਰ ਵਿੱਚ ਵਿਚਾਰਕ ਡੈਸ਼ ਨੂੰ ਖੁੱਲ੍ਹਦਿਲੀ ਨਾਲ ਸਵੀਕਾਰਿਆ ਜਾਂਦਾ ਹੈ। ਲੋਕਤੰਤਰ ਵਿੱਚ ਵਿਚਾਰਕ ਮਤਭੇਦਾਂ ਨੂੰ ਖੁੱਲ੍ਹਦਿਲੀ ਨਾਲ ਸਵੀਕਾਰਿਆ ਜਾਂਦਾ ਹੈ। ਲੋਕਤੰਤਰ ਵਿੱਚ ਮਨੁੱਖੀ ਡੈਸ਼ ਅਤੇ ਗੌਰਵ ਵਿੱਚ ਵਾਧਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਸ਼ਾਨ। ਕਿ ਮਨੁੱਖੀ ਸ਼ਾਨ ਅਤੇ ਗੌਰਵ ਵਿੱਚ ਵਾਧਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਅੱਗੇ ਪ੍ਰਸ਼ਨ ਨੇ ਤੇ ਪ੍ਰਸ਼ਨਾਂ ਦੇ ਸਾਹਮਣੇ ਤੁਹਾਨੂੰ 4 ਆਪਸ਼ਨ ਦਿੱਤੇ ਨੇ ਤੇ ਤੁਸੀਂ ਇਹ ਦੇਖਣਾ ਕਿ ਇਹਨਾਂ ਵਿੱਚੋਂ ਕਿਹੜੀ ਆਪਸ਼ਨ ਸਹੀ ਹੈ। ਫਰਾਂਸ ਦੀ ਕ੍ਰਾਂਤੀ ਕਿਸ ਸਦੀ ਵਿੱਚ ਆਈ? 17ਵੀਂ ਸਦੀ, 18ਵੀਂ ਸਦੀ, 16ਵੀਂ ਸਦੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ? ਤਾਨਾਸ਼ਾਹੀ ਸਰਕਾਰ, ਲੋਕਤੰਤਰੀ ਸਰਕਾਰ, ਸੈਨਿਕ ਸਰਕਾਰ ਜਾਂ ਇਹ ਸਾਰੇ। ਸੰਸਦੀ ਲੋਕਤੰਤਰੀ ਸਰਕਾਰਾਂ ਵਾਲੇ ਦੇਸ਼ਾਂ ਵਿੱਚ ਦੇਸ਼ ਦੇ ਮੁਖੀ ਕਿੰਨੀ ਤਰ੍ਹਾਂ ਦੇ ਹੁੰਦੇ ਹਨ? 4 ਤਰ੍ਹਾਂ ਦੇ, 5 ਤਰ੍ਹਾਂ ਦੇ, 2 ਤਰ੍ਹਾਂ ਦੇ ਜਾਂ 3 ਤਰ੍ਹਾਂ ਦੇ। ਸਾਡੇ ਦੇਸ਼ ਵਿੱਚ ਰਾਜ ਸਰਕਾਰਾਂ ਦਾ ਨਾਮ ਮਾਤਰ ਦਾ ਮੁਖੀ ਕੌਣ ਹੈ? ਰਾਜਪਾਲ, ਮੁੱਖ ਮੰਤਰੀ, ਮੇਅਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ।
ਭਾਰਤ ਵਿੱਚ ਕੇਂਦਰੀ ਸਰਕਾਰ ਦਾ ਅਸਲੀ ਮੁਖੀ ਕੌਣ ਹੈ? ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜਪਾਲ ਤੇ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਆਓ ਉੱਤਰ ਦੇਖੀਏ। ਫਰਾਂਸ ਦੀ ਕ੍ਰਾਂਤੀ 18ਵੀਂ ਸਦੀ ਵਿੱਚ ਆਈ। ਸਭ ਤੋਂ ਵਧੀਆ ਸਰਕਾਰ ਲੋਕਤੰਤਰੀ ਸਰਕਾਰ ਨੂੰ ਮੰਨਿਆ ਜਾਂਦਾ ਹੈ। ਸਾਡੇ ਦੇਸ਼ ਵਿੱਚ ਦੋ ਤਰ੍ਹਾਂ ਦੇ ਮੁਖੀ ਹੁੰਦੇ ਹਨ। ਰਾਜ ਸਰਕਾਰ ਦਾ ਨਾਮ ਮਾਤਰ ਦਾ ਮੁਖੀ ਰਾਜਪਾਲ ਹੁੰਦਾ ਹੈ। ਕੇਂਦਰੀ ਸਰਕਾਰ ਦਾ ਅਸਲ ਮੁਖੀ ਪ੍ਰਧਾਨ ਮੰਤਰੀ ਹੈ। ਇਹ ਵੀ ਖਾਲੀ ਥਾਵਾਂ ਭਰਾਂਗੇ। ਲੋਕਤੰਤਰ ਡੈਸ਼ ਦੀ ਆਪਣੀ ਸਰਕਾਰ ਹੁੰਦੀ ਹੈ। ਲੋਕਤੰਤਰ ਲੋਕਾਂ ਦੀ ਆਪਣੀ ਸਰਕਾਰ ਹੁੰਦੀ ਹੈ। ਲੋਕਤੰਤਰੀ ਸਰਕਾਰ ਦਾ ਇੱਕ ਮੂਲ ਆਧਾਰ ਡੈਸ਼ ਹੈ। ਤਾਂ ਹੇਠਾਂ ਦਿੱਤੇ ਹੋਏ ਸ਼ਬਦਾਂ ਦੇ ਵਿੱਚੋਂ ਕਿਹੜਾ ਸ਼ਬਦ ਆਵੇਗਾ? ਲੋਕ ਇੱਛਾ। ਡੈਸ਼ ਲੋਕਤੰਤਰ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਹੈ। ਸਮਾਨਤਾ। ਆਧੁਨਿਕ ਸਮੇਂ ਵਿੱਚ ਡੈਸ਼ ਅਧਿਕਾਰਾਂ ਦਾ ਬਹੁਤ ਮਹੱਤਵ ਹੈ। ਮਨੁੱਖੀ ਅਧਿਕਾਰਾਂ ਦਾ। ਕਾਨੂੰਨ ਦੀ ਨਜ਼ਰ ਵਿੱਚ ਸਭ ਡੈਸ਼ ਹੁੰਦੇ ਹਨ, ਬਰਾਬਰ ਹੁੰਦੇ ਹਨ। ਹੁਣ ਆਪਾਂ ਸਹੀ ਮਿਲਾਨ ਕਰਾਂਗੇ। ਸਕਰੀਨ ਦੇ ਖੱਬੇ ਪਾਸੇ ਕਾਲਮ ਊੜਾ ਲੋਕਤੰਤਰੀ ਗਣਰਾਜ, ਭਾਰਤ ਦਾ ਪ੍ਰਧਾਨ ਮੰਤਰੀ, ਭਾਰਤ ਦਾ ਰਾਸ਼ਟਰਪਤੀ, ਸਮਾਨਤਾ, ਸੁਤੰਤਰਤਾ ਅਤੇ ਲੋਕਮਤ ਹੈ। ਤੇ ਦੂਸਰੇ ਪਾਸੇ ਕਾਲਮ ਆੜਾ ਅਸਲੀ ਮੁਖੀ, ਭਾਰਤ, ਨਾਮਾਤਰ ਮੁਖੀ, ਲੋਕ ਇੱਛਾ ਤੇ ਲੋਕਤੰਤਰੀ ਸਰਕਾਰ। ਤਾਂ ਸਹੀ ਮਿਲਾਨ ਕਰੋ। ਸਭ ਤੋਂ ਪਹਿਲਾਂ ਲੋਕਤੰਤਰੀ ਗਣਰਾਜ, ਭਾਰਤ, ਭਾਰਤ ਦਾ ਪ੍ਰਧਾਨ ਮੰਤਰੀ ਅਸਲੀ ਮੁਖੀ, ਭਾਰਤ ਦਾ ਰਾਸ਼ਟਰਪਤੀ ਨਾਮਾਤਰ ਮੁਖੀ, ਸਮਾਨਤਾ ਅਤੇ ਸੁਤੰਤਰਤਾ ਲੋਕਤੰਤਰੀ ਸਰਕਾਰ, ਲੋਕਮਤ ਲੋਕਾਂ ਦੀ ਇੱਛਾ। ਪਾਠ ਪੁਸਤਕ ਵਿੱਚੋਂ ਅਭਿਆਸ ਕਰਦੇ ਹਾਂ। ਪਹਿਲਾ ਪ੍ਰਸ਼ਨ, ਲੋਕਤੰਤਰੀ ਸਰਕਾਰ ਤੋਂ ਕੀ ਭਾਵ ਹੈ? ਲੋਕਤੰਤਰੀ ਸਰਕਾਰ ਤੋਂ ਭਾਵ ਹੈ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ। ਕਾਨੂੰਨ ਦੇ ਰਾਜ ਤੋਂ ਤੁਸੀਂ ਕੀ ਸਮਝਦੇ ਹੋ? ਕਾਨੂੰਨ ਦੇ ਰਾਜ ਤੋਂ ਭਾਵ ਹੈ ਸਰਕਾਰ ਲੋਕਾਂ ਦੁਆਰਾ ਬਣਾਏ ਕਾਨੂੰਨ ਰਾਹੀਂ ਚਲਾਈ ਜਾਣੀ ਚਾਹੀਦੀ ਹੈ। ਵੋਟ ਦੇ ਅਧਿਕਾਰ ਦਾ ਲੋਕਤੰਤਰ ਵਿੱਚ ਕੀ ਮਹੱਤਵ ਹੈ? ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਹੀ ਲੋਕ ਸਰਕਾਰ ਬਣਾਉਣ ਲਈ ਆਪਣੇ ਨੁਮਾਇੰਦੇ ਚੁਣ ਸਕਦੇ ਹਨ। ਪ੍ਰਧਾਨਾਤਮਕ ਸਰਕਾਰ ਕਿਹੜੀ ਹੁੰਦੀ ਹੈ? ਪ੍ਰਧਾਨਾਤਮਕ ਸਰਕਾਰ ਵਿੱਚ ਦੇਸ਼ ਦਾ ਅਸਲੀ ਮੁਖੀ ਰਾਸ਼ਟਰਪਤੀ ਹੁੰਦਾ ਹੈ ਅਤੇ ਉਹ ਲੋਕਾਂ ਦੁਆਰਾ ਸਿੱਧੇ ਤੌਰ 'ਤੇ ਚੁਣਿਆ ਜਾਂਦਾ ਹੈ। ਲੋਕਤੰਤਰ ਵਿੱਚ ਲੋਕਮਤ ਦਾ ਕੀ ਮਹੱਤਵ ਹੈ? ਲੋਕਤੰਤਰ ਵਿੱਚ ਸਰਕਾਰ ਦੀਆਂ ਨੀਤੀਆਂ ਦਾ ਫੈਸਲਾ ਲੋਕਾਂ ਦੀ ਇੱਛਾ ਅਨੁਸਾਰ ਕੀਤਾ ਜਾਂਦਾ ਹੈ। ਇਸ ਲਈ ਲੋਕਤੰਤਰ ਵਿੱਚ ਲੋਕਮਤ ਦਾ ਬਹੁਤ ਮਹੱਤਵ ਹੈ। ਕਿਹੜੇ ਦੇਸ਼ ਵਿੱਚ ਅੱਜ ਵੀ ਸਿੱਧਾ ਲੋਕਤੰਤਰ ਹੈ? ਸਵਿਟਜ਼ਰਲੈਂਡ ਵਿੱਚ। ਭਾਰਤ ਇੱਕ ਡੈਸ਼ ਗਣਰਾਜ ਹੈ, ਲੋਕਤੰਤਰੀ ਗਣਰਾਜ ਹੈ। ਸਾਡੇ ਦੇਸ਼ ਦੀ ਕੇਂਦਰ ਸਰਕਾਰ ਦਾ ਨਾਮ ਮਾਤਰ ਦਾ ਮੁਖੀ ਡੈਸ਼ ਹੈ ਅਤੇ ਰਾਜ ਸਰਕਾਰਾਂ ਦੇ ਨਾਮ ਮਾਤਰ ਦੇ ਮੁਖੀ ਡੈਸ਼ ਹੁੰਦੇ ਹਨ। ਰਾਸ਼ਟਰਪਤੀ ਅਤੇ ਰਾਜਪਾਲ। ਲੋਕਤੰਤਰ ਦਾ ਆਰੰਭ ਕਿਸ ਕਿਸ ਸ਼ਹਿਰ ਵਿੱਚ ਹੋਇਆ? ਯੂਨਾਨ ਦੇਸ਼ ਦੇ ਏਥਨਜ਼ ਸ਼ਹਿਰ ਵਿੱਚ ਹੋਇਆ। ਡੈਸ਼ ਹੀ ਅਜਿਹਾ ਦੇਸ਼ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਹੈ। ਸਵਿਟਜ਼ਰਲੈਂਡ। ਲੋਕਤੰਤਰ ਦੇ ਮੁੱਢਲੇ ਆਦਰਸ਼ ਡੈਸ਼ ਅਤੇ ਡੈਸ਼ ਹਨ। ਸਮਾਨਤਾ ਅਤੇ ਸੁਤੰਤਰਤਾ। ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ। ਭਾਰਤ ਇੱਕ ਲੋਕਤੰਤਰੀ ਗਣਰਾਜ ਹੈ। ਸਹੀ ਜਾਂ ਗਲਤ? ਬਿਲਕੁਲ ਸਹੀ। ਸਵਿਟਜ਼ਰਲੈਂਡ ਹੀ ਅਜਿਹਾ ਦੇਸ਼ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਹੈ। ਬਿਲਕੁਲ ਸਹੀ। ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ ਕੁਝ ਬਾਲਗਾਂ ਨੂੰ ਹੀ ਪ੍ਰਾਪਤ ਹੈ। ਗਲਤ। ਲੋਕਤੰਤਰੀ ਦੇਸ਼ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ। ਬਿਲਕੁਲ ਸਹੀ। ਆਧੁਨਿਕ ਲੋਕਤੰਤਰ ਦੀ ਸਥਾਪਨਾ ਪਹਿਲਾਂ ਫਰਾਂਸ ਵਿੱਚ ਹੋਈ ਸੀ। ਗਲਤ।
ਹੁਣ ਆਪਾਂ ਸਹੀ ਵਿਕਲਪ ਚੁਣਾਂਗੇ। ਉਹ ਕਿਸ ਵਿਅਕਤੀ ਨੇ ਕਿਹਾ ਸੀ ਕਿ ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਹੁੰਦੀ ਹੈ? ਇਹ ਕਿਸ ਦਾ ਕਥਨ ਹੈ? ਇਬਰਾਹਿਮ ਲਿੰਕਨ, ਲਾਸਕੀ ਜਾਂ ਡੇਵਿਡ ਈਸਟਨ? ਇਬਰਾਹਿਮ ਲਿੰਕਨ। ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ? ਤਾਨਾਸ਼ਾਹੀ, ਲੋਕਤੰਤਰੀ ਜਾਂ ਸੈਨਿਕ ਸ਼ਾਸਨ ਨੂੰ? ਲੋਕਤੰਤਰੀ। ਲੋਕਤੰਤਰੀ ਸਰਕਾਰਾਂ ਵਾਲੇ ਦੇਸ਼ ਵਿੱਚ ਦੇਸ਼ ਦੇ ਮੁਖੀ ਕਿੰਨੀ ਪ੍ਰਕਾਰ ਦੇ ਹੁੰਦੇ ਹਨ? 2 ਪ੍ਰਕਾਰ ਦੇ। ਤਾਂ ਹੁਣ ਕੁਝ ਹੋਰ ਪ੍ਰਸ਼ਨ ਨੇ ਬੱਚਿਓ ਕਿ ਰਿਤੂ ਦੀ ਉਮਰ 15 ਸਾਲ ਹੈ, ਉਸ ਨੂੰ ਵੋਟ ਬਣਾਉਣ ਦੇ ਯੋਗ ਹੋਣ ਵਿੱਚ ਹੋਰ ਕਿੰਨੇ ਸਾਲ ਲੱਗਣਗੇ? 2, 4, 5 ਜਾਂ 3? ਜੇ ਤੁਸੀਂ ਸਿੱਧਾ ਲੋਕਤੰਤਰ ਦੇਖਣਾ ਹੋਵੇ ਤਾਂ ਤੁਹਾਨੂੰ ਕਿਸ ਦੇਸ਼ ਜਾਣਾ ਪਵੇਗਾ? ਇੰਗਲੈਂਡ, ਅਮਰੀਕਾ, ਸਵਿਟਜ਼ਰਲੈਂਡ ਜਾਂ ਫਰਾਂਸ? ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਦਾ ਅਸਲੀ ਮੁਖੀ ਰਾਸ਼ਟਰਪਤੀ ਹੈ? ਭਾਰਤ, ਇੰਗਲੈਂਡ, ਅਮਰੀਕਾ ਜਾਂ ਪਾਕਿਸਤਾਨ? ਤਾਂ ਸਹੀ ਉੱਤਰ ਕੀ ਹੋਣਗੇ? ਚੈੱਕ ਕਰਦੇ ਹਾਂ। ਰਿਤੂ ਨੂੰ ਵੋਟ ਬਣਾਉਣ ਦੇ ਯੋਗ ਹੋਣ ਵਿੱਚ 3 ਸਾਲ ਹੋਰ ਲੱਗਣਗੇ। ਸਿੱਧਾ ਲੋਕਤੰਤਰ, ਸਵਿਟਜ਼ਰਲੈਂਡ। ਕਿਸ ਦੇਸ਼ ਦਾ ਅਸਲੀ ਮੁਖੀ ਰਾਸ਼ਟਰਪਤੀ ਹੈ? ਅਮਰੀਕਾ। ਜਿਸ ਲੋਕਤੰਤਰ ਵਿੱਚ ਸੰਸਦ ਭਾਵ ਵਿਧਾਨ ਪਾਲਿਕਾ ਵਧੇਰੇ ਸ਼ਕਤੀਸ਼ਾਲੀ ਹੁੰਦੀ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ? ਪ੍ਰਧਾਨਾਤਮਕ, ਸੰਸਦਾਤਮਕ, ਇਕਾਤਮਕ ਜਾਂ ਸੰਘਾਤਮਕ? ਸੰਸਦਾਤਮਕ। ਜਿਸ ਲੋਕਤੰਤਰੀ ਰਾਜ ਵਿੱਚ ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਬਰਾਬਰ ਵੰਡ ਹੁੰਦੀ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ? ਪ੍ਰਧਾਨਾਤਮਕ, ਸੰਸਦਾਤਮਕ, ਇਕਾਤਮਕ ਜਾਂ ਸੰਘਾਤਮਕ? ਤਾਂ ਸਹੀ ਉੱਤਰ ਕੀ ਹੋਵੇਗਾ? ਸੰਘਾਤਮਕ। ਲੋਕਤੰਤਰੀ ਰਾਜ ਵਿੱਚ ਵਧੇਰੇ ਸ਼ਕਤੀ ਰਾਸ਼ਟਰਪਤੀ ਕੋਲ ਹੁੰਦੀ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ? ਪ੍ਰਧਾਨਾਤਮਕ, ਸੰਸਦਾਤਮਕ, ਇਕਾਤਮਕ ਜਾਂ ਸੰਘਾਤਮਕ? ਪ੍ਰਧਾਨਾਤਮਕ। ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ ਕਿਸ ਕਿਸਮ ਦੀ ਸਰਕਾਰ ਲਈ ਜ਼ਰੂਰੀ ਤੱਤ ਹਨ? ਤਾਨਾਸ਼ਾਹੀ, ਰਾਜਤੰਤਰ, ਲੋਕਤੰਤਰ ਜਾਂ ਪ੍ਰਧਾਨਾਤਮਕ? ਲੋਕਤੰਤਰ। ਰਾਜਨੀਤਿਕ ਦਲ ਕੀ ਕੰਮ ਕਰਦੇ ਹਨ? ਚੋਣਾਂ ਲੜਦੇ ਹਨ, ਬਹੁਮਤ ਵਿੱਚ ਹੋਣ 'ਤੇ ਸਰਕਾਰ ਬਣਾਉਂਦੇ ਹਨ, ਸਰਕਾਰ ਦੇ ਕੰਮਾਂ ਬਾਰੇ ਲੋਕਾਂ ਨੂੰ ਦੱਸ ਕੇ ਲੋਕ ਰਾਏ ਬਣਾਉਂਦੇ ਹਨ ਜਾਂ ਇਹ ਸਾਰੇ? ਇਹ ਸਾਰੇ। ਜਦੋਂ ਵੋਟ ਪਾਉਣ ਦਾ ਹੱਕ ਸਾਰੇ ਬਾਲਗਾਂ ਨੂੰ ਮਿਲ ਜਾਵੇ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਸਰਵ ਵਿਆਪਕ ਮਤ ਅਧਿਕਾਰ। ਦੇਸ਼ ਦਾ ਅਸਲੀ ਮੁਖੀ ਕੌਣ ਹੈ? ਪ੍ਰਧਾਨ ਮੰਤਰੀ। ਸਾਡੇ ਦੇਸ਼ ਦਾ ਨਾਮਾਤਰ ਮੁਖੀ ਕੌਣ ਹੈ? ਰਾਸ਼ਟਰਪਤੀ। ਭਾਰਤ ਇੱਕ ਡੈਸ਼ ਗਣਰਾਜ ਹੈ? ਤਾਨਾਸ਼ਾਹੀ, ਰਾਜਤੰਤਰ, ਲੋਕਤੰਤਰੀ ਜਾਂ ਪ੍ਰਧਾਨਾਤਮਕ? ਭਾਰਤ ਇੱਕ ਲੋਕਤੰਤਰੀ ਗਣਰਾਜ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰੇ ਬੱਚਿਓ।